ਹੈਲੋ ਡੀਅਰ ਸਟੂਡੈਂਟਸ, ਬੇਟੇ ਅੱਜ ਆਪਾਂ ਡਿਸਕਸ ਕਰਾਂਗੇ ਹਾਊ ਇਜ਼ ਸੋਇਲ ਫਾਰਮਡ। ਮਿੱਟੀ ਕਿਵੇਂ ਬਣਦੀ ਹੈ। ਦੀ ਬ੍ਰੇਕਿੰਗ ਅਪ ਆਫ ਰੌਕਸ ਐਟ ਔਰ ਨੀਅਰ ਦੀ ਸਰਫੇਸ ਆਫ ਅਰਥ ਓਵਰ ਏ ਲੌਂਗ ਪੀਰੀਅਡ ਆਫ ਟਾਈਮ ਰਿਜ਼ਲਟਸ in the soil formation. The breaking up of rocks at or near the surface of earth, ਧਰਤੀ ਦੀ ਸਰਫਸ ਦੇ ਨੇੜੇ ਜਾਂ ਵਿੱਚ ਚਟਾਨਾਂ ਦੇ ਟੁੱਟਣ ਨਾਲ, ਇਹ ਜੋ ਚਟਾਨਾਂ ਹਨ ਇੱਕ ਦਿਨ ਵਿੱਚ ਨਹੀਂ ਟੁੱਟਦੀਆਂ, ਓਵਰ ਏ ਲੌਂਗ ਪੀਰੀਅਡ ਆਫ ਟਾਈਮ, ਬਹੁਤ ਲੰਬਾ ਟਾਈਮ ਤੋਂ ਬਾਅਦ ਇਹ ਮਿੱਟੀ ਦੇ ਰੂਪ ਦੇ ਵਿੱਚ ਬਦਲਦੀਆਂ ਹਨ, ਇਸ ਦੀ ਮਿੱਟੀ ਬਣਦੀ ਹੈ। ਚਟਾਨਾਂ ਕਿਵੇਂ ਟੁੱਟਦੀਆਂ ਹਨ? ਦੇ ਆਰ ਬ੍ਰੇਕ ਡਾਊਨ ਬਾਏ ਦਾ ਵੇਰੀਅਸ ਫਿਜ਼ੀਕਲ, ਕੈਮੀਕਲ ਐਂਡ ਬਾਇਓਲੋਜੀਕਲ ਪ੍ਰੋਸੈਸਿਸ। ਅਲੱਗ ਅਲੱਗ ਫਿਜ਼ੀਕਲ, ਕੈਮੀਕਲ ਅਤੇ ਬਾਇਓਲੋਜੀਕਲ ਪ੍ਰੋਸੈਸਿਸ ਹਨ। ਫਿਜ਼ੀਕਲ ਕਿਵੇਂ? ਜਿਵੇਂ ਸੱਟ ਲਾ ਕੇ ਕਿਸੇ ਰੌਕ ਨੂੰ ਟੁੱਟ ਜਾਣਾ। ਬਾਇਓਲੋਜੀਕਲੀ ਬੈਕਟੀਰੀਆ ਰਾਹੀਂ ਰੌਕਸ ਦਾ ਟੁੱਟਣਾ। ਕੈਮੀਕਲੀ ਕਿਸੇ ਰਿਐਕਸ਼ਨ ਰਾਹੀਂ ਰੌਕਸ ਦਾ ਟੁੱਟਣਾ। ਤਿੰਨ ਪ੍ਰਕਾਰ ਨਾਲ ਟੁੱਟ ਕੇ ਜਿਹੜੀ ਮਿੱਟੀ ਹੈ ਬਣਦੀ ਹੈ। ਦੀ ਐਂਡ ਪ੍ਰੋਡਕਟ ਆਫ ਬ੍ਰੇਕਿੰਗ ਡਾਊਨ ਆਫ ਆਰ ਦਾ ਫਾਈਨ ਪਾਰਟੀਕਲਸ ਆਫ ਦਾ ਸੋਇਲ। ਚਟਾਨਾਂ ਨੂੰ ਟੁੱਟਣ ਤੋਂ ਬਾਅਦ ਜੋ ਲਾਸਟ ਪ੍ਰੋਡਕਟ ਹੈ, ਜੋ ਸਭ ਵਿੱਚ ਐਂਡ ਵਿੱਚ ਬਣਨਾ ਹੈ, ਉਹ ਹੋਏਗਾ ਮਿੱਟੀ। ਦੇਅਰ ਆਰ ਅਦਰ ਫੈਕਟਰਸ ਵਿਚ ਪਲੇ ਵਾਈਟਲ ਰੋਲ ਇਨ ਦਾ ਫਾਰਮੇਸ਼ਨ ਆਫ ਸੋਇਲ। ਹੋਰ ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਮਿੱਟੀ ਬਣਾਉਣ ਵਿੱਚ ਮਦਦ ਕਰਦੇ ਹਨ? ਫਸਟ ਵਨ ਦੀ ਸਨ, ਸੂਰਜ। ਸੂਰਜ ਕਿਸ ਤਰ੍ਹਾਂ ਮਿੱਟੀ ਬਣਾਉਂਦਾ ਹੈ? ਇਟ ਕਾਜ਼ਜ਼ ਹੀਟਿੰਗ ਆਫ ਰੌਕਸ, ਇਸ ਨਾਲ ਚਟਾਨਾਂ ਗਰਮ ਹੁੰਦੀਆਂ ਹਨ। ਵਿੱਚ ਕਾਜ਼ਜ਼ ਕਰੈਕਿੰਗ, ਜਿਸ ਕਰਕੇ ਉਹਨਾਂ ਦੇ ਵਿੱਚ ਕਰੈਕ ਆ ਜਾਂਦੀ ਹੈ, ਤਰੇੜਾਂ ਆ ਜਾਂਦੀਆਂ ਹਨ। ਐਂਡ ਅਲਟੀਮੇਟਲੀ ਬ੍ਰੇਕਸ ਅਪ ਇਨਟੂ ਸਮਾਲਰ ਪੀਸਿਸ, ਅਤੇ ਲਗਭਗ ਉਹ ਛੋਟੇ ਪੀਸਾਂ ਦੇ ਵਿੱਚ ਹੌਲੀ ਹੌਲੀ ਟੁੱਟ ਜਾਂਦੇ ਹਨ। ਦੂਸਰਾ ਹੈ ਵਾਟਰ। ਵਾਟਰ ਆਲਸੋ ਬ੍ਰੇਕ ਰੌਕ ਬੋਥ ਬਾਏ ਫਰੀਜ਼ਿੰਗ ਐਂਡ ਫਾਸਟ ਫਲੋ। ਤੇਜ਼ ਚੱਲਣ ਨਾਲ ਜਾਂ ਉਹ ਜੋ ਕਰੈਕ ਪੈ ਗਏ ਹਨ ਉਹਨਾਂ ਵਿੱਚ ਬਰਫ਼ ਜੰਮਣ ਕਾਰਨ ਵੀ ਚਟਾਨਾਂ ਟੁੱਟਦੀਆਂ ਹਨ। ਤੀਸਰਾ ਪੁਆਇੰਟ ਹੈ ਵਿੰਡ। ਇਟ ਕਾਜ਼ਜ਼ ਇਰੋਜਨ ਆਫ ਸੋਇਲ। ਹਵਾ ਨਾਲ ਵੀ ਜਿਹੜੇ ਫਾਈਨ ਪਾਰਟੀਕਲਸ ਨੇ ਉਹ ਟੁੱਟਦੇ ਹਨ, ਇੱਕ ਜਗ੍ਹਾ ਤੋਂ ਦੂਸਰੀ ਤਰ੍ਹਾਂ ਮੂਵ ਹੁੰਦੇ ਹਨ। ਫੋਰਥ, ਲਿਵਿੰਗ ਆਰਗੈਨਿਜ਼ਮ। ਲਾਈਚਨ ਐਂਡ ਮੌਸਿਸ ਗਰੋਇੰਗ ਔਨ ਰੌਕ ਸਰਫੇਸ ਫਰਾਮ ਕਰੈਕਸ ਇਨ ਦੈਮ ਐਂਡ ਰਿਜ਼ਲਟ ਇਨ ਬ੍ਰੇਕ ਡਾਊਨ। ਜਿਹੜੀਆਂ ਚਟਾਨਾਂ ਦੇ ਵਿੱਚ ਕਰੈਕਸ ਹਨ ਉਹਨਾਂ ਦੇ ਵਿੱਚ ਜੋ ਪਲਾਂਟਸ ਨੇ, ਲਾਈਚਨ ਐਂਡ ਮੌਸਿਸ, ਉਹ ਗਰੋ ਕਰਦੇ ਨੇ ਅਤੇ ਚਟਾਨਾਂ ਨੂੰ ਪਾੜ ਦਿੰਦੇ ਹਨ, ਅਤੇ ਉਸ ਦਾ ਐਂਡ ਪ੍ਰੋਡਕਟ ਵੀ ਜਿਹੜਾ ਮਿੱਟੀ ਬਣਦਾ ਹੈ। ਨੈਕਸਟ ਕੁਐਸਚਨ ਹੈ ਵਾਟ ਇਜ਼ ਸੋਇਲ ਇਰੋਜ਼ਨ। What is soil erosion? Removal of useful component from the soil। ਮਿੱਟੀ ਦੇ ਵਿੱਚੋਂ ਯੂਜ਼ਫੁਲ ਕੰਪੋਨੈਂਟ ਦਾ ਰਿਮੂਵ ਹੋ ਜਾਣਾ। ਵਿਚ ਇਫੈਕਟਸ ਦਾ ਫਰਟੀਲਿਟੀ, ਜਿਹੜਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰੇ। ਆਫ ਸੋਇਲ ਇਜ਼ ਕਾਲਡ ਸੋਇਲ ਇਰੋਜ਼ਨ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਨਾ ਕਿਸ ਤਰ੍ਹਾਂ? ਉਸ ਵਿੱਚੋਂ ਕਿਸੇ ਵੀ ਤਰੀਕੇ ਨਾਲ ਜਿਹੜੇ ਯੂਜ਼ਫੁਲ ਕੰਪੋਨੈਂਟ ਨੇ ਉਹਨਾਂ ਦਾ ਹਟ ਜਾਣਾ, ਇਸ ਨੂੰ ਕਿਹਾ ਜਾਵੇ ਸੋਇਲ ਇਰੋਜ਼ਨ। ਤੀਸਰਾ ਕੁਐਸਚਨ ਹੈ ਵਾਟ ਆਰ ਦਾ ਮੈਥਡਸ ਆਫ ਪ੍ਰੀਵੈਂਟਿੰਗ ਔਰ ਰਿਡਿਊਸਿੰਗ ਸੋਇਲ ਇਰੋਜ਼ਨ। ਮਿੱਟੀ ਦੇ ਸੋਇਲ ਇਰੋਜ਼ਨ, ਜੋ ਮਿੱਟੀ ਦਾ ਹੜਨਾ ਹੈ, ਉਸ ਨੂੰ ਰੋਕਣ ਦੇ ਤਰੀਕੇ ਕਿਹੜੇ ਹਨ? ਫਸਟ, ਇਟ ਕੈਨ ਬੀ ਪ੍ਰੀਵੈਂਟਡ ਬਾਏ ਇਨੈਂਸਿਵ ਕ੍ਰੌਪਿੰਗ। ਸਾਨੂੰ ਮਿੱਟੀ ਦੇ ਉੱਤੇ ਹਮੇਸ਼ਾ ਫਸਲ ਹੈ ਜਿਹੜੀ ਬੀਜ ਕੇ ਰੱਖਣੀ ਚਾਹੀਦੀ ਆ। ਜੇਕਰ
ਮਿੱਟੀ ਦੇ ਉੱਤੇ ਕੋਈ ਕਰੌਪ ਨਹੀਂ ਹੁੰਦੀ ਤਾਂ ਉਸ ਦਾ ਹੜਨ ਦਾ ਜਿਹੜੀ ਪ੍ਰਕਿਰਿਆ ਹੈ ਉਹ ਜ਼ਿਆਦਾ ਹੋ ਜਾਵੇਗੀ। ਸੈਕਿੰਡ, ਇਟ ਕੈਨ ਬੀ ਪ੍ਰੀਵੈਂਟਡ ਬਾਏ ਪ੍ਰੋਵਾਈਡਿੰਗ ਪ੍ਰੋਪਰ ਡਰੇਨੇਜ ਕੈਨਲਸ ਅਰਾਊਂਡ ਦਾ ਫੀਲਡਸ। ਸਾਡੇ ਖੇਤਾਂ ਵਿੱਚੋਂ ਪਾਣੀ ਦਾ ਨਿਕਲਣਾ ਜਿਹੜਾ ਉਸ ਲਈ ਪ੍ਰੋਪਰ ਚੈਨਲ ਬਣਿਆ ਹੋਣਾ ਚਾਹੀਦਾ ਹੈ, ਤਾਂ ਵੀ ਮਿੱਟੀ ਦਾ ਜਿਹੜਾ ਹੜਨਾ ਹੈ ਉਹ ਘਟ ਜਾਂਦਾ ਹੈ। ਥਰਡ, soil erosion in hilly area can be prevented by practicing trace farming। trace farming ਹੁੰਦਾ ਸਟੈਪ ਬਣਾਉਣੇ। ਪਹਾੜਾਂ ਵਿੱਚ ਅਸੀਂ ਜਦੋਂ ਜਾਂਦੇ ਹਾਂ ਤਾਂ ਇੱਕ ਢਲਾਣ ਦੀ ਥਾਂ ਇਹ ਦੇਖਦੇ ਹਾਂ ਕਿ ਕਈ ਟਰੇਸ ਫਾਰਮਿੰਗ ਬਣੀਆਂ ਹੁੰਦੀਆਂ ਨੇ, ਸਟੈਪ ਫਾਰਮਸ ਬਣੇ ਹੁੰਦੇ ਨੇ, ਲਾਈਕ ਜਿਵੇਂ ਸਾਡੀਆਂ ਸਟੇਅਰਸ ਦੇ ਸਟੈਪ ਹੁੰਦੇ ਨੇ ਉਸ ਤਰ੍ਹਾਂ ਖੇਤ ਬਣਾਏ ਜਾਂਦੇ ਨੇ, ਜਿਸ ਨਾਲ ਮਿੱਟੀ ਦਾ ਹੜਨਾ ਜਿਹੜਾ ਘਟ ਜਾਂਦਾ ਹੈ। ਫੋਰਥ, ਇਟ ਕੈਨ ਬੀ ਪ੍ਰੀਵੈਂਟਡ ਬਾਏ ਪਲਾਂਟਿੰਗ ਟਰੀਜ਼ ਐਂਡ ਸੋਇੰਗ ਗਰਾਸਿਸ। ਦਰਖਤ ਲਾ ਕੇ ਅਤੇ ਗਰਾਸ ਲਾ ਕੇ ਵੀ ਮਿੱਟੀ ਦੇ ਹੜਨ ਨੂੰ ਰੋਕਿਆ ਜਾ ਸਕਦਾ ਹੈ। ਜਿਸ ਤਰ੍ਹਾਂ ਰੇਲਵੇ ਟਰੈਕ ਬਣਦੇ ਹਨ, GT ਰੋਡ 'ਤੇ ਅਸੀਂ ਬ੍ਰਿਜ ਦੇਖਦੇ ਹਾਂ ਤਾਂ ਉਹਨਾਂ ਦੇ ਆਲੇ ਦੁਆਲੇ ਘਾਹ ਲਗਾ ਦਿੱਤਾ ਜਾਂਦਾ ਤਾਂ ਕਿ ਮਿੱਟੀ ਦਾ ਜਿਹੜਾ ਹੜਨਾ ਉਹ ਰੁਕ ਸਕੇ। ਇਟ ਕੈਨ ਬੀ ਪ੍ਰੀਵੈਂਟਡ ਬਾਏ ਕੰਸਟਰਕਟਿੰਗ ਸਟਰੋਂਗ ਐਮਬੈਂਕਮੈਂਟ ਮੀਨਸ ਕਿਨਾਰੇ ਅਲੋਂਗ ਦਾ ਰਿਵਰ ਬੈਂਕਸ। ਨਹਿਰਾਂ ਅਤੇ ਰਿਵਰਸ ਦੇ ਆਲੇ ਦੁਆਲੇ ਸਟਰੋਂਗ ਜਿਹੜੇ ਕਿਨਾਰੇ ਨੇ ਸਾਨੂੰ ਵਜਵਾਉਣੇ ਚਾਹੀਦੇ ਹਨ, ਮਜ਼ਬੂਤ, ਤਾਂ ਕਿ ਮਿੱਟੀ ਦਾ ਹੜਨਾ ਜਿਹੜਾ ਰੋਕਿਆ ਜਾ ਸਕੇ। Next question, what are the different states in which water is found during water cycle? ਵਾਟਰ ਸਾਈਕਲ ਦੇ ਦੌਰਾਨ ਕਿਹੜੀ ਫਾਰਮ 'ਚ ਵਾਟਰ ਮਿਲਦਾ? ਵਾਟਰ ਸਾਈਕਲ ਕੀ ਹੁੰਦਾ? ਅਵੈਪਰੇਸ਼ਨ ਨਾਲ ਪਾਣੀ ਦਾ ਉੱਪਰ ਜਾਣਾ, ਉਹਨਾਂ ਦਾ ਡਰੋਪਲੇਟਸ ਬਣਨੇ ਅਤੇ ਫਿਰ ਮੀਂਹ ਰਾਹੀਂ ਹੇਠਾਂ ਆਉਣਾ। ਸੋ ਕਿਹੜੀਆਂ ਫਾਰਮ ਦੇ ਵਿੱਚ ਵਾਟਰ ਮਿਲਦਾ? ਇੱਕ ਗਰਾਊਂਡ ਵਾਟਰ, ਸਰਫਿਸ ਵਾਟਰ। ਗਰਾਊਂਡ ਵਾਟਰ ਜਿਹੜਾ ਗਰਾਊਂਡ ਦੇ ਨੀਚੇ ਹੈ, ਸਰਫਿਸ ਵਾਟਰ ਜਿਹੜਾ ਧਰਤੀ ਦੀ ਸਰਫਿਸ 'ਤੇ ਹੈ। ਵਾਟਰ ਵੇਪਰਸ ਜਿਹੜੇ ਏਅਰ ਵਿੱਚ ਹਨ ਜਾਂ ਰੈਸਪੀਰੇਸ਼ਨ ਰਾਹੀਂ ਅੰਦਰੋਂ ਨਿਕਲਦੇ ਹਨ, ਉੱਪਰ ਜਾ ਕੇ ਬਣ ਜਾਂਦੀਆਂ ਹਨ ਵਾਟਰ ਡਰੋਪਲੇਟਸ, ਕਲਾਊਡਸ, ਬੱਦਲ। ਵਾਟਰ ਇਜ਼ ਫਾਊਂਡ ਇਨ ਇਨ ਗੈਸੀਅਸ ਸਟੇਟ, ਲਿਕੁਅਡ state and solid state during water cycle। ਤਿੰਨੇ ਫਾਰਮਾਂ ਦੇ ਵਿੱਚ ਵਾਟਰ ਸਾਈਕਲ ਦੇ ਵਿੱਚ ਮਿਲਦੇ ਹਨ। ਸੋਲਿਡ ਕਿੱਥੇ ਹੈ? ਗਲੇਸ਼ੀਅਰ ਦੇ ਉੱਤੇ ਜੋ ਆਈਸ ਪਈ ਹੈ ਉਹ ਸੋਲਿਡ ਰੂਪ 'ਚ ਹੈ, ਵਾਟਰ ਵੇਪਰ ਗੈਸੀਅਸ ਰੂਪ 'ਚ ਹਨ, ਸਰਫਿਸ ਵਾਟਰ ਅਤੇ ਅੰਡਰਗਰਾਊਂਡ ਵਾਟਰ ਹੈ ਜਿਹੜਾ ਉਹ ਲਿਕੁਅਡ ਦੇ ਰੂਪ ਵਿੱਚ ਹੈ। ਨੈਕਸਟ, name the two biological important compounds that contains both oxygen and nitrogen। ਦੋ ਕੰਪਾਊਂਡ ਦੱਸੋ ਜਿਨ੍ਹਾਂ ਵਿੱਚ ਨਾਈਟ੍ਰੋਜਨ ਵੀ ਹੈ ਅਤੇ ਆਕਸੀਜਨ ਵੀ ਹੈ। ਫਸਟ ਵਨ ਇਜ਼ ਪ੍ਰੋਟੀਨ ਐਂਡ ਸੈਕੰਡ ਇਜ਼ ਨਿਊਕਲੀਇਕ ਐਸਿਡ, ਜਿਸ ਨੂੰ DNA ਅਤੇ RN ਕਿਹਾ ਜਾਂਦਾ ਹੈ, ਨਿਊਕਲੀਇਕ ਐਸਿਡ। ਲਿਸਟ ਐਨੀ 3 ਹਿਊਮਨ ਐਕਟੀਵਿਟੀਜ਼। ਮਨੁੱਖ ਦੀਆਂ 3 ਐਕਟੀਵਿਟੀਜ਼ ਦੱਸੋ ਵਿਚ ਲੀਡ ਟੂ ਐਨ ਇਨਕਰੀਜ਼ ਇਨ ਕਾਰਬਨ ਡਾਈਆਕਸਾਈਡ ਆਫ ਏਅਰ, ਜਿਹੜੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੀ ਹੈ ਮਨੁੱਖ। ਪਹਿਲਾ, ਇੰਡਸਟਰੀਜ਼ ਡਿਊ ਟੂ ਬਰਨਿੰਗ ਆਫ ਫਿਊਲ। ਫੈਕਟਰੀਆਂ ਦੇ ਵਿੱਚ ਜਿਹੜਾ ਫਿਊਲ ਮਨੁੱਖ ਦੁਆਰਾ ਬਾਲਿਆ ਜਾਂਦਾ ਹੈ ਉਹ। combustion of fossil fuels to provide energy for various needs like heating, cooking and transportation। ਹੀਟਿੰਗ ਲਈ, ਕੁਕਿੰਗ ਲਈ ਅਤੇ ਟਰਾਂਸਪੋਰਟੇਸ਼ਨ, ਜੋ ਗੱਡੀਆਂ ਵਿੱਚ ਇੱਧਰ ਉੱਧਰ ਜਾਂਦੇ ਹਾਂ, ਇਹਦੇ ਵਿੱਚ ਜਿਹੜਾ ਫੋਜ਼ਲ ਫਿਊਲ ਬਲਦਾ ਹੈ ਉਸ ਦੇ ਕਾਰਨ ਵੀ ਕਾਰਬਨ ਪੈਦਾ ਹੁੰਦੀ ਹੈ। ਰੈਸਪੀਰੇਸ਼ਨ, ਸਾਹ ਕਿਰਿਆ, ਅਸੀਂ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਸਾਹ ਰਾਹੀਂ ਅਤੇ ਬਾਹਰ ਹੈ ਜਿਹੜੀ ਕਾਰਬਨ ਡਾਈਆਕਸਾਈਡ ਰੈਸਪੀਰੇਸ਼ਨ ਦੇ ਦੌਰਾਨ ਬਾਹਰ ਆਉਂਦੀ ਹੈ। ਥਰਡ, ਡੀਫੋਰੈਸਟੇਸ਼ਨ, ਜੰਗਲਾਂ ਦਾ ਕੱਟਣਾ।
ਜਿਉਂ-ਜਿਉਂ ਜੰਗਲ ਕੱਟਦੇ ਹਾਂ, ਕਿਉਂਕਿ ਦਰੱਖਤ ਹਨ ਜਿਹੜੇ ਕਾਰਬਨ ਡਾਈਆਕਸਾਈਡ ਨੂੰ ਅਬਜ਼ੋਰਬ ਕਰਦੇ ਹਨ। ਸੋ ਦਰੱਖਤਾਂ ਦੇ ਕੱਟਣ ਦੇ ਨਾਲ ਕਾਰਬਨ ਡਾਈਆਕਸਾਈਡ ਦੀ ਕੁਆਂਟਿਟੀ ਹੈ ਜਿਹੜੀ ਉਹ ਵੱਧਦੀ ਚਲੀ ਜਾਂਦੀ ਹੈ। 4th ਕੁਐਸਚਨ ਇੰਪੋਰਟੈਂਟ ਕੁਐਸਚਨ ਹੈ, ਵਾਟ ਇਜ਼ ਗ੍ਰੀਨ ਹਾਊਸ ਇਫੈਕਟ? ਗ੍ਰੀਨ ਹਾਊਸ ਇਫੈਕਟ ਕੀ ਹੈ? The increase in global temperature due to the rise in carbon dioxide is called greenhouse effect। ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਦੇ ਨਾਲ ਜਿਹੜਾ ਟੈਂਪਰੇਚਰ ਰਾਈਜ਼ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਗ੍ਰੀਨ ਹਾਊਸ ਇਫੈਕਟ। ਇਟ ਕਾਜ਼ਜ਼ ਗਲੋਬਲ ਵਾਰਮਿੰਗ। ਇਸ ਦੇ ਨਾਲ ਗਲੋਬਲ ਵਾਰਮਿੰਗ, ਸਾਰੇ ਜੋ ਵਰਲਡ ਦਾ ਟੈਂਪਰੇਚਰ ਹੈ ਉਹ ਵੱਧਦਾ ਜਾ ਰਿਹਾ ਹੈ, ਗਲੋਬਲ ਵਾਰਮਿੰਗ। ਕਾਰਬਨ ਡਾਈਆਕਸਾਈਡ ਸੂਰਜ ਤੋਂ ਆ ਰਹੀਆਂ ਇਨਫਰਾਰੈੱਡ ਰੇਜ਼ ਨੂੰ ਆਪਣੇ ਵਿੱਚ ਅਬਜ਼ੋਰਬ ਕਰ ਲੈਂਦੀ ਹੈ ਅਤੇ ਹੀਟਿੰਗ ਇਫੈਕਟ ਕਰਦੀ ਹੈ, ਹੀਟ ਪ੍ਰੋਡਿਊਸ ਕਰਦੀ ਹੈ। ਇਸ ਨੂੰ ਗ੍ਰੀਨ ਹਾਊਸ ਗੈਸ ਵੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਵਾਟ ਆਰ ਦਾ 2 ਫਾਰਮਸ ਆਫ ਆਕਸੀਜਨ? ਆਕਸੀਜਨ ਦੀਆਂ 2 ਫਾਰਮਾਂ, ਇੱਕ ਐਟਮੋਸਫੀਅਰ 'ਚ ਮਿਲਦੀ ਹੈ ਆਕਸੀਜਨ O2 ਐਂਡ ਸੈਕੰਡ ਵਨ ਇਜ਼ ਓਜ਼ੋਨ। ਇਸ ਦਾ ਫਾਰਮੂਲਾ ਹੈ O3, ਨੋਟ ਕਰ ਲੈਣਾ O3। ਇਨ ਅਪਰ ਰੀਜਨ ਸੱਚ ਐਜ਼ ਐਟਮੋਸਫੀਅਰ ਆਕਸੀਜਨ ਇਜ਼ ਫਾਊਂਡ ਇਨ ਦਾ ਫਾਰਮ ਆਫ ਓਜ਼ੋਨ। ਆਕਸੀਜਨ ਕਿਸ ਫਾਰਮ 'ਚ ਮਿਲਦੀ ਹੈ? ਓਜ਼ੋਨ। ਇਸ ਦਾ ਫਾਰਮੂਲਾ ਹੈ O3 ਅਤੇ ਐਟਮੋਸਫੀਅਰ ਦੇ ਵਿੱਚ ਮਿਲਦੀ ਹੈ O2 ਨਾਲ। ਸੋ ਇੱਥੋਂ ਤੱਕ ਬੇਟੇ ਕੁਐਸਚਨ ਤੁਸੀਂ ਸਮਝ ਲੈਣੇ ਹਨ। ਨੈਕਸਟ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।